सीएम ने मनीष सिसोदिया ਦੇ ਬੈਂਕ ਲੋਕਰ ਦੀ ਤਲਾਸ਼ੀ ਉਹ ਲਈ ਹੈ। ਮਨੀਸ਼ ਸਿਸੋਦੀਆ ਇਹ ਗੱਲ ਕਹਿੰਦੇ ਨੇ ਕਿ ਮੇਰੇ ਘਰ ਦੇ ਵਿੱਚੋਂ ਕੱਖ ਨਹੀਂ ਮਿਲਿਆ, ਜਿਹੜਾ ਕੁਝ ਉੱਥੋਂ ਲੱਭਿਆ ਮੈਂ ਚੈਲੰਜ ਕਰਕੇ ਕਹਿੰਦਾ ਕਿ ਸੀਬੀਆਈ ਉਹਦੀ ਸਾਰੀ ਦੀ ਸਾਰੀ ਰਿਪੋਰਟ ਜਨਤਕ ਕਰੇ। ਤੇ ਉਹ ਲਲਕਾਰ ਕੇ ਕਹਿੰਦੇ ਨਾ ਮੇਰੇ ਘਰੋਂ ਕੁਝ ਮਿਲਿਆ ਤੇ ਨਾ ਹੀ ਮੇਰੇ ਲਾਕਰ ਚੋਂ ਕੁਝ ਮਿਲਣਾ ਸੀ ਤੇ ਨਾ ਮਿਲਿਆ। ਅਰਵਿੰਦ ਕੇਜਰੀਵਾਲ ਸਾਹਿਬ ਬੋਲੇ ਨੇ ਕਿ ਜਿਹੜਾ ਕੁਝ ਮਿਲਿਆ ਮੈਂ ਚੈਲੰਜ ਦੇ ਕੇ ਕਹਿੰਦਾ ਕਿ ਸੀਬੀਆਈ ਉਹ ਜਨਤਾ ਦੇ ਵਿੱਚ ਦੱਸੇ। ਭਾਰਤ ਭੂਸ਼ਣ ਆਸ਼ੂ ਜੀ ਨੂੰ ਮੱਛਰ ਵਾਹਵਾ ਤੰਗ ਕਰਦਾ ਉੱਥੇ, ਤੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਹੁਣ ਉਹ ਇੱਕ ਮੰਤਰੀ ਨਹੀਂ। ਅਸੀਂ ਸਮਝ ਸਕਦੇ ਹਾਂ ਕਿ ਇਹਨਾਂ ਦੀ ਕਮਾਈ ਵਧੀ ਹੈ, ਇੱਕ ਚੰਗੀ ਗੱਲ ਹੈ। ਜੇ ਕੋਈ ਮਹਿਕਮਾ ਟੈਕਸ ਚੋਰੀ ਨੂੰ ਇਕੱਤਰ ਕਰਕੇ ਮਹਿਕਮੇ ਸਰਕਾਰੀ ਖਜ਼ਾਨੇ ਦੇ ਵਿੱਚ ਲਿਆਵੇ ਤੇ ਉਹਦੇ ਨਾਲ ਫਿਰ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਾਈਆਂ ਜਾਣ। ਤੇ ਜਿਸ ਤਰ੍ਹਾਂ ਸ਼ਰਾਬ ਦਾ ਨਸ਼ਾ ਹੁੰਦਾ ਉਸੇ ਤਰ੍ਹਾਂ ਸੱਤਾ ਦਾ ਵੀ ਨਸ਼ਾ ਹੁੰਦਾ ਹੈ। ਅਜਿਹਾ ਲੱਗਦਾ ਹੈ ਕਿ ਤੁਸੀਂ ਸੱਤਾ ਦੇ ਨਸ਼ੇ 'ਚ ਡੁੱਬ ਕੇ ਆਪਣੇ ਅਸਲੀ ਪੈਂਤੜੇ ਤੋਂ ਉਖੜ ਗਏ ਹੋ। ਇਹ ਅੰਨਾ ਹਜ਼ਾਰੇ ਇਹ ਵੀ ਪੁੱਛ ਲੈਣ ਕਿ ਨਿਜ਼ਾਮ ਬਦਲਣ ਆਏ ਸੀ, ਆਮ ਲੋਕ ਸੀ, ਅੱਜ ਤਿੰਨ ਰਾਜਾਂ ਦੇ ਗਨਮੈਨ ਲਈ ਫਿਰਦੇ ਨੇ। ਕੇਂਦਰ ਦੀ ਸਰਕਾਰ ਜਿਵੇਂ ਪਾਸੇ ਨੂੰ ਚੱਲ ਰਹੀ ਹੈ 24 ਤੋਂ ਬਾਅਦ ਜੇ ਕਿਤੇ ਦੁਬਾਰਾ ਸੱਤਾ 'ਚ ਆ ਗਏ, ਇਹ ਕਣਕ ਝੋਨੇ ਦੀ ਖਰੀਦੀ ਬੰਦ ਕਰ ਦੇਣ ਸਰਕਾਰੀ ਤੌਰ ਤੇ। ਮਹਿਕਮਾ ਵੀ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ ਖੇਤੀਬਾੜੀ ਦਾ, ਉਹਨਾਂ ਕੋਲ ਤਾਂ ਸਮਾਂ ਨਹੀਂ ਸੀ, ਉਹਨਾਂ ਨੂੰ ਨਿੱਜੀ ਕੰਮ ਹੀ ਬਹੁਤ ਜ਼ਿਆਦਾ ਸੀਗੇ ਤੇ ਸਰਕਾਰ ਦੇ ਅਫਸਰ ਉਹਨਾਂ ਦੀ ਸਰਕਾਰ ਚਲਾਉਂਦੇ ਸਨ। ਇੱਕ ਜਿਹੜਾ ਝਾਰਖੰਡ ਦੇ ਵਿੱਚ ਪੱਤਰਕਾਰ ਨੂੰ ਬੈਡਰੂਮ 'ਚੋਂ ਘੜੀਸ ਕੇ ਲਿਆਂਦਾ ਗਿਆ, ਉਹਦੇ ਤੇ ਵੀ ਮਾਨਯੋਗ ਅਦਾਲਤ ਨੇ ਟਿੱਪਣੀ ਕੀਤੀ ਹੈ। ਹਾਲ ਦੀ ਘੜੀ ਉਹ ਇੱਕ ਉਹਨਾਂ ਤੇ ਦੋਸ਼ ਲੱਗੇ ਨੇ, ਉਹਦੀ ਪੜਤਾਲ ਹੋ ਰਹੀ ਹੈ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਅੱਜ ਦੇ ਵਿਸ਼ੇ ਕਾਫੀ ਖਾਸ ਰਹਿਣ ਵਾਲੇ ਨੇ ਜਿਸ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ ਰੀਨਾ ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵੇਲੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ, ਸੀਐਮ ਨੇ ਮਨੀਸ਼ ਸਿਸੋਦੀਆ ਦੇ ਬੈਂਕ ਲੋਕਰ ਦੀ ਤਲਾਸ਼ੀ ਉਹ ਲਈ ਹੈ, ਤਾਂ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ। ਢਿੱਲੋਂ ਜੀ, ਕਿੱਦਾਂ ਦੇਖਦੇ ਹੋ? ਕਰ ਤੇ ਆਬਕਾਰੀ ਨੀਤੀ ਨੂੰ ਲੈ ਕੇ ਸੀਬੀਆਈ ਮਨੀਸ਼ ਸਿਸੋਦੀਆ, ਕਿਉਂਕਿ ਉਹਨਾਂ ਕੋਲ ਇਹ ਮਹਿਕਮਾ ਹੈ, ਪਿਛਲੇ ਦਿਨਾਂ ਵਿੱਚ ਉਹਨਾਂ ਦੇ ਘਰ ਤੇ ਛਾਪੇ ਮਾਰ ਕੇ ਪੜਤਾਲ ਕੀਤੀ ਸੀ। ਮਨੀਸ਼ ਸਿਸੋਦੀਆ ਇਹ ਗੱਲ ਕਹਿੰਦੇ ਨੇ ਕਿ ਮੇਰੇ ਘਰ ਦੇ ਵਿੱਚੋਂ ਕੱਖ ਨਹੀਂ ਮਿਲਿਆ, ਜਿਹੜਾ ਕੁਝ ਉੱਥੋਂ ਲੱਭਿਆ ਮੈਂ ਚੈਲੰਜ ਕਰਕੇ ਕਹਿੰਦਾ ਕਿ ਸੀਬੀਆਈ ਉਹਦੀ ਸਾਰੀ ਦੀ ਸਾਰੀ ਰਿਪੋਰਟ ਜਨਤਕ ਕਰੇ ਕਿ ਕਿਹੜੀ ਇਹਨਾਂ ਨੂੰ ਬੇਨਾਮੀ ਚੀਜ਼ ਮਿਲੀ, ਲੈਪਟਾਪ 'ਚੋਂ ਕੀ ਮਿਲਿਆ। ਇਹਨਾਂ ਨੇ ਇਹਨਾਂ ਨੂੰ ਲਲਕਾਰਾ ਮਾਰਿਆ ਔਰ ਜਿਹੜਾ ਅਰਵਿੰਦ ਕੇਜਰੀਵਾਲ ਹੈ ਇਸ ਵੇਲੇ ਉਹਦੇ ਕੋਲੇ ਕੋਈ ਮਹਿਕਮਾ ਨਹੀਂ, ਮੁੱਖ ਮੰਤਰੀ ਹੈ। ਫਿਰ ਸੀਬੀਆਈ ਨੇ ਕਿਹਾ ਸੀ ਕਿ ਅਸੀਂ ਬੈਂਕ ਲਾਕਰਾਂ ਦੀ ਜਾਂਚ ਕਰਨੀ ਹੈ। ਸਿਸੋਦੀਆ ਸਾਹਿਬ ਨੇ ਕਿਹਾ ਦਿਨ ਦੱਸੋ ਕਦੋਂ। ਅੱਜ ਉਹਨਾਂ ਦੇ ਬੈਂਕ ਲਾਕਰ ਜਿਹੜਾ ਕਿ ਸੈਕਟਰ 4 ਆ ਗਾਜ਼ੀਆਬਾਦ ਦੇ ਵਸੁੰਧਰਾ ਦੇ ਵਿੱਚ, ਉੱਥੇ ਪੰਜਾਬ ਨੈਸ਼ਨਲ ਬੈਂਕ 'ਚ ਉਹਨਾਂ ਨੇ ਲਾਕਰ ਲਿਆ ਹੋਇਆ ਸੀ। ਉਹਦੀ ਪੜਤਾਲ ਕੀਤੀ, ਉਹਨਾਂ ਦੀ ਧਰਮ ਪਤਨੀ ਉਸ ਵੇਲੇ ਨਾਲ ਸੀ। ਹੋ ਸਕਦਾ ਇਹ ਲਾਕਰ ਧਰਮ ਪਤਨੀ ਦੇ ਨਾਂ 'ਤੇ ਹੋਵੇ। ਉਹਦੇ 'ਚੋਂ ਕੀ ਲੱਭਿਆ ਕੀ ਨਹੀਂ ਲੱਭਿਆ ਇਹਦੇ ਬਾਰੇ ਸੀਬੀਆਈ ਜ਼ਰੂਰ ਦੱਸੇ, ਉਹਦੇ 'ਚ ਮਿਲਿਆ ਕੀ ਹੈ। ਤੇ ਉਹ ਲਲਕਾਰ ਕੇ ਕਹਿੰਦੇ ਨਾ ਮੇਰੇ ਘਰੋਂ ਕੁਝ ਮਿਲਿਆ ਤੇ ਨਾ ਹੀ ਮੇਰੇ ਲਾਕਰ 'ਚੋਂ ਕੁਝ ਮਿਲਣਾ ਸੀ ਤੇ ਨਾ ਮਿਲਿਆ। ਸੀਬੀਆਈ ਇਹ ਵੀ ਦੱਸ ਦੇਵੇ ਅੱਜ 30 ਅਗਸਤ ਤੋਂ ਪਹਿਲਾਂ ਜਦੋਂ ਸੀਬੀਆਈ ਨੇ ਇਹਨਾਂ ਦੇ ਘਰ ਦੇ ਉੱਤੇ ਛਾਪਾ ਮਾਰਿਆ ਸੀ ਕਿ ਇਸ ਅਰਸੇ ਦੇ ਦੌਰਾਨ ਜਾਂ ਜਦੋਂ ਤੋਂ ਇਹ ਗੱਲ ਚੱਲ ਪਈ ਸੀ ਕਿ ਸੀਬੀਆਈ ਜਾਂਚ ਕਰ ਸਕਦੀ ਹੈ, ਉਸ ਅਰਸੇ ਦੇ ਦੌਰਾਨ ਕੀ ਇਹ ਲੋਕਰ ਆਪਰੇਟ ਕੀਤਾ ਗਿਆ। ਜੇ ਤਾਂ ਸੀਬੀਆਈ ਦੇ ਛਾਪੇ ਤੋਂ ਬਾਅਦ ਲੋਕਰ ਆਪਰੇਟ ਕੀਤਾ ਗਿਆ
ਤਾਂ ਮੰਨਿਆ ਜਾ ਸਕਦਾ ਕਿ ਉੱਥੋਂ ਕੋਈ ਸਮਾਨ ਗਾਇਬ ਕਰ ਦਿੱਤਾ ਗਿਆ ਹੋਵੇ। ਇਹ CBI ਹੁਣ ਦੱਸ ਦੇਵੇ ਜਾਂ ਫਿਰ ਉਹਨਾਂ ਨੇ ਆਪਣੇ ਦੋਸ਼ ਪੱਤਰ ਦੇ ਵਿੱਚ ਲਿਖਣਾ ਹੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਇਹਦੇ ਵਿੱਚੋਂ ਕੱਖ ਨਹੀਂ ਲੱਭਿਆ। ਤੇ ਜੇ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਬੋਲੇ ਨੇ ਕਿ ਜਿਹੜਾ ਕੁਝ ਮਿਲਿਆ ਮੈਂ ਚੈਲੰਜ ਦੇ ਕੇ ਕਹਿਣਾ ਕਿ CBI ਉਹ ਜਨਤਾ ਦੇ ਵਿੱਚ ਦੱਸੇ, ਔਰ ਉਹ ਭਲਵਾਨਾਂ ਵਾਂਗੂ ਥਾਪੀਆਂ ਮਾਰ ਕੇ ਕੇਂਦਰ ਸਰਕਾਰ ਨੂੰ ਚੁਣੌਤੀ ਦੇ ਰਹੇ ਨੇ। ਜੀ ਢਿੱਲੋਂ ਜੀ, ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਵਧਦੀਆਂ ਦਿਖਾਈ ਦੇ ਰਹੀਆਂ ਨੇ, ਕਿਉਂਕਿ ਵਿਜੀਲੈਂਸ ਦੇ ਬਾਅਦ ਤੋਂ ਹੁਣ ED ਵੱਲੋਂ ਸਕੰਜਾ ਕੱਸਣ ਦੀ ਤਿਆਰੀ ਕਰ ਲਈ ਗਈ ਹੈ। ਇਹ 2 ਦਿਨ ਪਹਿਲਾਂ ਹੀ ਫੈਸਲਾ ਹੋ ਗਿਆ ਸੀ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੌਕਸੀ ਪੁਲਿਸ ਨੂੰ ਇੱਕ ਪੱਤਰ ਲਿਖਿਆ। ਉਹ ਪੱਤਰ ਦੇ ਵਿੱਚ ਕਿਹਾ ਗਿਆ ਕਿ ਇਹ ਜਿਹੜੀਆਂ ਫਾਈਲਾਂ ਨੇ ਉਹ ਸਾਡੇ ਹਵਾਲੇ ਕਰ ਦਿੱਤੀਆਂ ਜਾਣ। ਭਾਰਤ ਭੂਸ਼ਣ ਆਸ਼ੂ ਦਾ 2 ਦਿਨ ਦਾ ਪੁਲਿਸ ਰਿਮਾਂਡ ਹੈ। ਕੱਲ ਉਹਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਜਾਣਾ ਹੈ ਤੇ ਉੱਥੇ ਫਿਰ ਆਪਣੀ ਦਰਖਾਸਤ ਇਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਦੇ ਵਿੱਚ ਇਹਦਾ ਦਫ਼ਤਰ ਜਲੰਧਰ ਹੈ, ਉਹ ਅਧਿਕਾਰੀ ਅਦਾਲਤ ਦੇ ਵਿੱਚ ਦਰਖਾਸਤ ਲਾ ਦੇਣ ਕਿ ਅਸੀਂ ਵੀ ਇਹਦੀ ਜਾਂਚ ਕਰਨੀ ਹੈ, ਇਹਦੀ ਜਿਹੜੀਆਂ ਫਾਈਲਾਂ ਨੇ ਉਹ ਸਾਡੇ ਹਵਾਲੇ ਵੀ ਕੀਤੀਆਂ ਜਾਣ। ਤੇ ਅਦਾਲਤ ਫਿਰ ਚੌਕਸੀ ਪੁਲਿਸ ਪੰਜਾਬ ਦੇ ਲੁਧਿਆਣਾ ਸ਼ਾਖਾ ਨੂੰ ਆਦੇਸ਼ ਦੇ ਸਕਦੀ ਹੈ ਕਿ ਤੁਸੀਂ ਦਸਤਾਵੇਜ਼ ਫੋਟੋ ਸਟੇਟ ਕਰਾ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਦੇ ਸਕਦੇ ਹੋ। ਭਾਰਤ ਭੂਸ਼ਣ ਆਸ਼ੂ ਜੀ ਨੂੰ ਮੱਛਰ ਵਾਹਵਾ ਤੰਗ ਕਰਦਾ ਉੱਥੇ, ਤੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਹੁਣ ਉਹ ਇੱਕ ਮੰਤਰੀ ਨਹੀਂ, ਹਾਲ ਦੀ ਘੜੀ ਉਹ ਇੱਕ ਉਹਨਾਂ ਤੇ ਦੋਸ਼ ਲੱਗੇ ਨੇ, ਉਹਦੀ ਪੜਤਾਲ ਹੋ ਰਹੀ ਹੈ। ਅਸੀਂ ਦੋਸ਼ੀ ਸ਼ਬਦ ਵੀ ਨਹੀਂ ਵਰਤਾਂਗੇ ਕਿਉਂਕਿ ਦੋਸ਼ੀ ਕਿਸੇ ਨੂੰ ਉਦੋਂ ਕਿਹਾ ਜਾ ਸਕਦਾ ਹੈ ਜਦੋਂ ਉਹਦੇ ਤੇ ਕੇਸ ਸਾਬਤ ਹੋ ਜਾਵੇ। ਇਹ ਬਿਲਕੁਲ ਮੈਨੂੰ ਉਸੇ ਤਰ੍ਹਾਂ ਦੀ ਗੱਲ ਯਾਦ ਆਉਂਦੀ ਹੈ। SN ਅਗਰਵਾਲ ਪਟਿਆਲੇ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਹੁੰਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਬਕਾ ਉਪ ਕੁਲਪਤੀ ਡਾਕਟਰ ਜਸਵੀਰ ਸਿੰਘ ਆਹਲੂਵਾਲੀਆ ਟਾਈ ਟੂਈ ਲਾ ਕੇ ਅਦਾਲਤ 'ਚ ਪੇਸ਼ ਹੋ ਗਿਆ। ਅਗਰਵਾਲ ਸਾਹਿਬ ਨੂੰ ਪਤਾ ਸੀ, ਉਹਨਾਂ ਨੇ ਪੁੱਛਿਆ ਵੇਅਰ ਇਜ਼ ਆਹਲੂਵਾਲੀਆ, ਉਹ ਖੱਬੇ ਪਾਸੇ ਕਹੀ ਜਾਵੇ ਜੈਸ ਸਰ, ਉਹ ਦੂਜੇ ਪਾਸੇ ਦੇਖੀ ਜਾਣ। ਉਹ ਫੇਰ ਕਹੇ ਜੈਸ ਸਰ, ਜੋ ਤੀਜੀ ਚੌਥੀ ਵਾਰ ਹੋ ਗਿਆ ਕਹਿੰਦੇ ਓਹ ਮੈਂ ਤਾਂ ਇਹ ਸਮਝਿਆ ਸੀ ਕਿ ਕੋਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਵਕੀਲ ਆਇਆ ਵੈ। ਅੱਛਾ ਤੁਸੀਂ ਮਿਸਟਰ ਆਹਲੂਵਾਲੀਆ? ਯੈਸ ਸਰ। ਕਹਿੰਦਾ ਮਿਸਟਰ ਆਹਲੂਵਾਲੀਆ, ਯੂ ਆਰ ਇਨ ਡਿਫਰੈਂਟ ਕੈਪੈਸਿਟੀ ਹੇਅਰ, ਯੂ ਆਰ ਨਾਟ ਵਾਈਸ ਚਾਂਸਲਰ। ਜਦੋਂ ਅਦਾਲਤ ਦੇ ਵਿੱਚ ਇਹੋ ਜਿਹੀ ਗੱਲ ਬੋਲੀ ਜਾਂਦੀ ਆ ਨਾ ਤੇ ਫਿਰ ਸਾਰਾ ਕੁਝ ਉੱਪਰ ਥੱਲੇ ਹੋ ਜਾਂਦਾ ਜੀ। ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੰਜਾਬ ਟਰਾਂਸਪੋਰਟ ਵਿਭਾਗ ਨੇ 108 ਕਰੋੜ ਰੁਪਏ ਤੋਂ ਵੱਧ ਮਾਲੀਆ ਜੁਟਾਇਆ। ਲਾਲਜੀਤ ਸਿੰਘ ਭੁੱਲਰ ਸਾਹਿਬ ਨੇ ਇੱਕ ਚਿੱਠੀ ਲਿਖੀ, ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਕਿ ਟੈਕਸ ਡਿਫਾਲਟਰਾਂ ਵਿਰੁੱਧ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕਈ ਸਖਤ ਕਦਮ ਉਠਾਏ ਗਏ, ਜਿਸ ਸਦਕਾ ਅਸੀਂ 1008.41 ਕਰੋੜ ਦੀ ਆਮਦਨ ਹੋਈ ਹੈ। ਇਸ ਚੋਂ ਵੱਡਾ ਹਿੱਸਾ 871.36 ਕਰੋੜ ਰੁਪਏ ਟੈਕਸ ਅਤੇ ਫੀਸਾਂ ਤੋਂ ਪ੍ਰਾਪਤ ਹੋਏ ਨੇ, ਜਦ ਕਿ 75.10 ਕਰੋੜ ਸਮਾਜਿਕ ਸੁਰੱਖਿਆ ਸੈਸ, 18.45 ਕਰੋੜ ਕੰਪਾਊਂਡਿੰਗ ਫੀਸ, 43.50 ਕਰੋੜ ਸਟੇਟ ਟਰਾਂਸਪੋਰਟ ਸੁਸਾਇਟੀ ਤੋਂ ਪ੍ਰਾਪਤ ਹੋਏ ਨੇ। ਉਹ ਕਹਿੰਦੇ ਕਿ ਪਿਛਲੇ ਅਰਸੇ ਦੌਰਾਨ ਇਹੀ ਪੈਸਾ ਪਿਛਲੀ ਸਰਕਾਰ ਵੇਲੇ 676.68 ਕਰੋੜ ਸੀ, ਭਾਵ ਅਸੀਂ 331.73 ਕਰੋੜ ਰੁਪਇਆ ਵੱਧ ਮਾਲੀਆ ਟਰਾਂਸਪੋਰਟ ਵਿਭਾਗ ਦੇ ਵਿੱਚ ਇਕੱਤਰ ਕੀਤਾ। ਸੋ ਜੇ ਵੱਧ ਇਕੱਤਰ ਹੋਇਆ, ਅਸੀਂ ਸਮਝ ਸਕਦੇ ਹਾਂ ਕਿ ਇਹਨਾਂ ਦੀ ਕਮਾਈ ਵਧੀ ਹੈ। ਇੱਕ ਚੰਗੀ ਗੱਲ ਹੈ ਜੇ ਕੋਈ ਮਹਿਕਮਾ ਟੈਕਸ ਚੋਰੀ ਨੂੰ ਇਕੱਤਰ ਕਰਕੇ ਮਹਿਕਮੇ ਸਰਕਾਰੀ ਖਜ਼ਾਨੇ ਦੇ ਵਿੱਚ ਲਿਆਵੇ ਤੇ ਉਹਦੇ ਨਾਲ ਫਿਰ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਾਈਆਂ ਜਾਣ। ਜੀ
9 ਸੂਬਿਆਂ ਨੂੰ ਹਿੰਦੂ ਘੱਟ ਗਿਣਤੀ ਐਲਾਨ ਕਰਨ ਦੀ ਮੰਗ ਹੈ। ਸੁਪਰੀਮ ਕੋਰਟ ਨੇ ਕੇਂਦਰ ਤੋਂ ਇਸ ਤੇ ਜਵਾਬ ਮੰਗਿਆ ਹੈ। ਦਾਖਲ ਵੀ ਇਹ ਕੇਂਦਰ ਨੇ ਕੀਤਾ ਸੀ ਜੀ। ਅਸਲ ਦੇ ਵਿੱਚ ਕਥਾਵਾਚਕ ਹੈ ਇੱਕ ਦੇਵਕੀ ਨੰਦਨ ਠਾਕਰ ਮਹਾਰਾਜ। ਉਹਨੇ ਆਪਣੀ ਕਥਾ 'ਚ ਕਿਹਾ ਸੀ ਕਿ 9 ਸੂਬਿਆਂ ਵਿੱਚ ਹਿੰਦੂਆਂ ਨੂੰ ਘੱਟ ਗਿਣਤੀ ਦਾ ਦਰਜਾ ਦਿੱਤਾ ਜਾਵੇ। ਉਹਨਾਂ ਆਪਣੀ ਪਟੀਸ਼ਨ 'ਚ ਨੈਸ਼ਨਲ ਕਮਿਸ਼ਨ ਫਾਰ ਮਾਈਨॉरिटी ਦੇ 1992 ਕਾਨੂੰਨ ਦੀ ਧਾਰਾ 2C ਦੀ ਬੁਨਿਆਦ ਨੂੰ ਚੌਕੀ ਦਿੱਤੀ ਸੀ। ਇਹ ਕਿਹੜੇ ਰਾਜ ਨੇ? ਉਹਨਾਂ 'ਚ ਪੰਜਾਬ ਵੀ ਹੈ, ਜੰਮੂ ਕਸ਼ਮੀਰ, ਲਦਾਖ, ਨਾਗਾਲੈਂਡ, ਮਿਜ਼ੋਰਮ, ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਲਕਸ਼ਦੀਪ ਸ਼ਾਮਲ ਨੇ। ਉਹਨਾਂ ਸਾਰਿਆਂ ਦੇ ਵਿੱਚ ਦੱਸਿਆ ਕਿ ਹਿੰਦੂਆਂ ਦੀ ਸੰਖਿਆ ਮਿਜ਼ੋਰਮ 'ਚ 1%, ਲਦਾਖ 'ਚ 1%, ਮਿਜ਼ੋਰਮ 'ਚ 2.75, ਲਕਸ਼ਦੀਪ 2.77, ਕਸ਼ਮੀਰ 4%, ਨਾਗਾਲੈਂਡ 8.74%, ਮੇਘਾਲਿਆ 11.53%, ਅਰੁਣਾਚਲ ਪ੍ਰਦੇਸ਼ 29% ਤੇ ਪੰਜਾਬ 'ਚ 38.49%, ਮਣੀਪੁਰ 'ਚ 41.29% ਹੈ। ਇਹ ਪੰਜਾਬ ਤੇ ਮਣੀਪੁਰ 'ਚ ਪਤਾ ਨਹੀਂ ਕਿਹੜੇ ਮਾਮਲੇ ਨਾਲ ਉਹਨਾਂ ਨੇ ਘੱਟ ਗਿਣਤੀ ਦੇ ਵਿੱਚ ਸ਼ੋਅ ਕਰ ਲਿਆ। ਇਹਦੇ ਵਿੱਚ ਜਿਹੜਾ ਕੇਂਦਰ ਸੁਪਰੀਮ ਕੋਰਟ ਹੈ ਉਹਨੇ ਜਿਹੜਾ ਆਖਿਆ ਉਹਦੇ 'ਚ ਇਹ ਜਿਹੜੇ ਸਾਰੇ ਇਹਨਾਂ ਨੂੰ 6 ਹਫ਼ਤੇ ਦਾ ਸਮਾਂ ਦੇਤਾ ਕੇਂਦਰ ਨੂੰ ਕਿ ਅੰਤਿਮ ਰਿਪੋਰਟ ਦਾਖਲ ਕਰੋ, ਰਾਜਾਂ ਦੇ ਨਾਲ ਗੱਲਬਾਤ ਕਰਕੇ ਤੱਥ ਆਧਾਰਿਤ ਰਿਪੋਰਟ ਦਰਜ ਕਰੋ। ਜੀ। ਸ਼ਰਾਬ ਨੀਤੀ ਦੇ ਉੱਤੇ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਤੁਸੀਂ ਵੀ ਸੱਤਾ ਦੇ ਨਸ਼ੇ ਦੇ ਵਿੱਚ ਡੁੱਬ ਗਏ ਹੋ। ਸ਼ੁਕਰ ਹੈ ਕਿ ਇਹ ਅੰਨਾ ਹਜ਼ਾਰੇ ਪ੍ਰਗਟ ਹੋਇਆ 2014 'ਚ। ਇਹਨੇ ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਜੰਤਰ ਮੰਤਰ ਦੇ ਉੱਤੇ ਅੰਦੋਲਨ ਕੀਤਾ। ਉਦੋਂ ਅੰਨਾ ਹਜ਼ਾਰੇ ਦੇ ਹੱਕ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੋਕ ਮੋਮਬੱਤੀਆਂ ਲੈ ਕੇ ਰਾਤ ਨੂੰ ਮਾਰਚ ਵੀ ਕੱਢਦੇ ਸਨ, ਕਿਉਂਕਿ ਭ੍ਰਿਸ਼ਟਾਚਾਰ ਤੋਂ ਕੱਲਾ ਬੰਦਾ ਦੁਖੀ ਹੈ। ਉਸ ਭ੍ਰਿਸ਼ਟਾਚਾਰ ਦੀ ਮੁਹਿੰਮ ਦੇ ਵਿੱਚ ਅਰਵਿੰਦ ਕੇਜਰੀਵਾਲ, ਸ਼ਸ਼ੀ ਭੂਸ਼ਣ, ਜਿਹੜੀ ਕਿਰਨ ਬੇਦੀ, ਹੋਰ ਬਹੁਤ ਸਾਰੇ, ਜੋਗਿੰਦਰ ਯਾਦਵ ਵਗੈਰਾ ਇਹ ਸਾਰੇ ਉਦੋਂ ਇਕੱਠੇ ਸਨ। ਕੁਮਾਰ ਵਿਸ਼ਵਾਸ ਵੀ ਉੱਥੇ ਜਾਇਆ ਕਰਦਾ ਸੀ। ਪੱਤਰਕਾਰ ਆਸ਼ੂਤੋਸ਼, ਇਸ ਤੋਂ ਇਲਾਵਾ ਹੋਰ ਵੀ ਕਈਆਂ ਨੇ ਉੱਥੇ ਜਾ ਕੇ ਆਪੋ ਆਪਣੀ ਹਾਜ਼ਰੀ ਲਵਾਈ ਸੀ। ਤਾਂ ਆਬਕਾਰੀ ਨੀਤੀ ਦੇ ਉੱਤੇ ਸਵਾਲ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਮੇਰਾ ਪਿੰਡ ਹੈ ਰੈਲੇਗਨਮ ਸਿੱਧੀ। 35 ਸਾਲਾਂ ਤੋਂ ਕਹਿੰਦੇ ਸਾਡੇ ਪਿੰਡ ਦੇ ਵਿੱਚ ਨਾ ਸ਼ਰਾਬ ਦੀ ਦੁਕਾਨ ਹੈ, ਨਾ ਸਿਗਰਟ ਬੀੜੀ, ਨਾ ਕੋਈ ਹੋਰ ਨਸ਼ੇ ਵਾਲੇ ਪਦਾਰਥ ਦੀ ਵਿਕਰੀ ਹੁੰਦੀ ਹੈ। ਉਦੋਂ ਕਹਿੰਦੇ ਤੁਸੀਂ ਵੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਸੀ। ਉਹਨਾਂ ਨੇ ਕਿਹਾ ਕਿ ਤੁਸੀਂ ਸਿਆਸਤ ਆਉਣ ਤੋਂ ਪਹਿਲਾਂ ਸਵਰਾਜ ਨਾਂ ਦੀ ਇੱਕ ਕਿਤਾਬ ਲਿਖੀ ਸੀ, ਕੇਜਰੀਵਾਲ ਸਾਹਿਬ ਨੂੰ ਕਿਹਾ ਹੈ। ਇਸ ਕਿਤਾਬ ਵਿੱਚ ਤੁਸੀਂ ਗ੍ਰਾਮ ਸਭਾ ਸ਼ਰਾਬ ਨੀਤੀ ਬਾਰੇ ਵੱਡੀਆਂ ਗੱਲਾਂ ਲਿਖੀਆਂ ਸਨ। ਉਦੋਂ ਤੁਹਾਡੇ ਤੋਂ ਬਹੁਤ ਉਮੀਦ ਸੀ, ਪਰ ਸਿਆਸਤ 'ਚ ਆ ਕੇ ਤੁਸੀਂ ਆਦਰਸ਼ ਵਿਚਾਰਧਾਰਾ ਹੀ ਭੁੱਲ ਗਏ ਹੋ। ਤੇ ਜਿਸ ਤਰ੍ਹਾਂ ਸ਼ਰਾਬ ਦਾ ਨਸ਼ਾ ਹੁੰਦਾ, ਉਸੇ ਤਰ੍ਹਾਂ ਸੱਤਾ ਦਾ ਵੀ ਨਸ਼ਾ ਹੁੰਦਾ ਹੈ। ਅਜਿਹਾ ਲੱਗਦਾ ਹੈ ਕਿ ਤੁਸੀਂ ਸੱਤਾ ਦੇ ਨਸ਼ੇ 'ਚ ਡੁੱਬ ਕੇ ਆਪਣੇ ਅਸਲੀ ਪੈਂਤੜੇ ਤੋਂ ਉਖੜ ਗਏ ਹੋ। ਇਸ ਕਰਕੇ ਤੁਸੀਂ 200 ਦੁਕਾਨਾਂ ਸੀ ਸਰਕਾਰੀ ਦਿੱਲੀ ਦੇ ਵਿੱਚ ਪਹਿਲਾਂ, ਤੇ ਜਿਹੜੀ ਤੁਸੀਂ ਇਹ ਆਬਕਾਰੀ ਨੀਤੀ ਲਿਆਂਦੀ ਹੈ ਲਾਗੂ ਕਰਾਉਣ ਲੱਗੇ ਸੀ ਪਿਛਲੇ ਸਾਲ ਨਵੰਬਰ ਦੇ ਵਿੱਚ। ਇਹ 18 ਜਾਂ 19 ਨਵੰਬਰ ਤੋਂ ਲਾਗੂ ਹੋਣੀ ਸੀ। ਉਹ ਕਹਿੰਦੇ ਫਿਰ ਤੁਸੀਂ ਘਰ ਤੇ ਗਲੀ ਮਹੱਲੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖਲਵਾਉਣ ਦਾ ਤੁਸੀਂ ਕੰਮ ਕੀਤਾ ਸੀ, ਭਾਵ ਨਸ਼ਾ ਵੇਚਣਾ ਸੀ। ਅਰਵਿੰਦ ਕੇਜਰੀਵਾਲ ਨੂੰ ਤਕੜੀ ਝਾੜ ਲਾਉਂਦੇ ਅੰਨਾ ਹਜ਼ਾਰੇ ਨੇ ਕਿਹਾ ਕਿ ਅੱਜ ਸੱਤਾ ਦੇ ਨਸ਼ੇ ਵਿੱਚ ਤੁਸੀਂ ਸਾਰਾ ਕੁਝ ਭੁੱਲ ਗਏ ਹੋ। ਇਹ ਅੰਨਾ ਹਜ਼ਾਰੇ ਇਹ ਵੀ ਪੁੱਛ ਲੈਣ, ਇਹ ਨਿਜ਼ਾਮ ਬਦਲਣ ਆਏ ਸੀ, ਆਮ ਲੋਕ ਸੀ, ਅੱਜ 3 ਰਾਜਾਂ ਦੇ ਗਨਮੈਨ ਲਈ ਫਿਰਦੇ ਨੇ ਤੇ ਅਜੇ ਕਹਿੰਦੇ ਆ ਕਿ ਮੇਰੇ ਕੋਲੇ ਘੱਟ ਹੈ।
ਤੇ ਇੱਥੋਂ ਭਗਵੰਤ ਸਿੰਘ ਮਾਨ ਕਮਾਂਡੋ ਦੇ ਰੂਪ ਵਿੱਚ ਜਾਂ ਹੋਰ ਦੇ ਰੂਪ ਦੇ ਵਿੱਚ ਉੱਥੇ ਬਹੁਤੇ ਬੰਦੇ ਭੇਜਣਾ ਚਾਹੁੰਦਾ ਹੈ। ਸੋ ਜਿਹੜਾ ਝਾੜ ਚੰਬ ਤੇ ਸ਼ੀਸ਼ਾ ਦਿਖਾਉਣ ਦਾ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਯਤਨ ਕੀਤਾ, ਇਹ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੈ ਜੀ। 5 ਸਾਲ ਰੱਖਣੀ ਸੀ ਸਬਸਿਡੀ ਵਾਲੀ ਖੇਤੀ ਮਸ਼ੀਨਾਂ ਕਿਸੇ ਨੇ ਕਬਾੜ ਦੇ ਵਿੱਚ ਵੇਚੀਆਂ ਤੇ ਕਿਤੇ ਕਿਸਾਨਾਂ ਨੇ ਅੱਗੇ ਗਿਫਟ ਕਰ ਦਿੱਤੀ ਗਈਆਂ। ਇਹ ਪਿਛਲੀ ਸਰਕਾਰ ਦਾ ਮਾਮਲਾ ਹੈ। ਕਹਿੰਦੇ ਕੇਂਦਰ ਸਰਕਾਰ ਨੇ ਪੰਜਾਬ ਨੂੰ 1178 ਕਰੋੜ ਰੁਪਈਆ ਦਿੱਤਾ, ਤੁਸੀਂ ਸਬਸਿਡੀਆਂ ਵਾਲੀਆਂ ਮਸ਼ੀਨਾਂ ਲਓ ਤਾਂ ਜੋ ਕਿਸਾਨ ਪਰਾਲੀ ਸਾੜਨਾ ਬੰਦ ਕਰ ਦੇਣ। ਕਿਸਾਨ ਤਾਂ 500 ਰੁਪਈਆ ਵੱਧ ਨਹੀਂ ਦਿੰਦੇ। ਜਿਹੜੀ ਮਸ਼ੀਨ ਦੇ ਥੱਲੇ SMS ਪ੍ਰਣਾਲੀ, ਸਟਾਫ ਮੈਨੇਜਮੈਂਟ ਪ੍ਰਣਾਲੀ, ਭਾਵ ਪਰਾਲੀ ਪ੍ਰਬੰਧਨ ਮਸ਼ੀਨ ਵਾਲਾ ਬਲੇਡ ਲੱਗਿਆ ਹੋਇਆ ਹੈ, ਉਹਦਾ ਕਿਰਾਇਆ ਦੂਜਿਆਂ ਨਾਲੋਂ 500 ਰੁਪਈਆ ਏਕੜ ਜ਼ਿਆਦਾ ਹੈ। ਵਾਤਾਵਰਨ ਗੰਦਲਾ ਤਾਂ ਕਰ ਰਹੇ ਨੇ, ਲੇਕਿਨ ਉਹ ਮਸ਼ੀਨ ਨੂੰ 500 ਰੁਪਈਆ ਜ਼ਿਆਦਾ ਨਹੀਂ ਦਿੱਤਾ ਜਾਂਦਾ। ਇਸ ਵਾਰ ਇਸ ਸਰਕਾਰ ਦੇ ਗਲ 'ਚ ਪੈਣਾ ਹੈ। ਇਹਨਾਂ ਨੇ ਕਿਹਾ ਸੀ ਕਿ 2500 ਰੁਪਈਆ ਲਾਣ ਦਿਓ ਕਿਸਾਨ ਨੂੰ, 1000 ਰੁਪਈਆ ਦਿੱਲੀ ਸਰਕਾਰ ਦੇਵੇ, 1000 ਪੰਜਾਬ ਦੇਵੇ, 1500 ਕੇਂਦਰ ਸਰਕਾਰ ਹਿੱਸਾ ਪਾਵੇ। ਫਿਰ ਤਾਂ ਠੀਕ ਹੈ। ਉਹ ਮਸ਼ੀਨ ਨੂੰ 500 ਰੁਪਇਆ ਦੇਣਾ ਤੇ 2000 ਰੁਪਇਆ ਕਿਸਾਨ ਦੇ ਬਚਦਾ ਹੈ। ਅਸਲ ਇਹਦੇ ਵਿੱਚ ਤੁਸੀਂ 2500 ਰੁਪਇਆ ਦੇ ਦੇਵੋ ਕਿ ਪਰਾਲੀ ਦਾ ਪ੍ਰਬੰਧ ਕਰ ਲੈ, ਗੱਠਾਂ ਬਣਾ ਲੈ, ਔਰ ਉਹ ਹਰ ਜ਼ਿਲ੍ਹੇ ਦੇ ਵਿੱਚ ਇੱਕ ਬਾਇਓਮਾਸ ਆਧਾਰਿਤ, ਰਹਿੰਦ ਖੂੰਹਦ ਆਧਾਰਿਤ ਈਂਧਨ ਬਣਾਉਣ ਦਾ ਮਾਮਲਾ ਬਣਾ ਲਿਆ ਜਾਵੇ। ਤੇ ਜਦੋਂ ਕਿਸਾਨ ਨੂੰ 2500 ਰੁਪਇਆ ਕਿੱਲਾ ਮਿਲੇਗਾ, ਘੱਟੋ ਘੱਟ ਆਪਦੀ ਅਗਲੀ ਫਸਲ ਵਾਸਤੇ ਉਹਦਾ ਖਰਚਾ ਤੈਅ ਹੋ ਜਾਵੇਗਾ, ਫਿਰ ਉਹ ਪਰਾਲੀ ਨਹੀਂ ਸਾੜੇਗਾ। ਇਹ ਕਿਸਾਨ ਵੀ ਉਹ ਗੱਲ ਕਰਦੇ ਨੇ ਕਿ ਜਿਹੜੇ ਉੱਤੇ ਬਹਿੰਦੇ ਨੇ ਡਾਹਣੇ ਤੇ ਉਹੀ ਵੱਢਣਾ ਸ਼ੁਰੂ ਕੀਤਾ ਹੋਇਆ ਹੈ। ਕਿਤੇ ਇਹ ਨਾ ਹੋਵੇ ਅਗਲੇ ਦਿਨਾਂ ਦੇ ਵਿੱਚ ਕੇਂਦਰ ਦੀ ਸਰਕਾਰ ਜਿਵੇਂ ਪਾਸੇ ਨੂੰ ਚੱਲ ਰਹੀ ਹੈ 24 ਤੋਂ ਬਾਅਦ, ਜੇ ਕਿਤੇ ਦੁਬਾਰਾ ਸੱਤਾ 'ਚ ਆ ਗਏ, ਇਹ ਕਣਕ ਝੋਨੇ ਦੀ ਖਰੀਦੀ ਬੰਦ ਕਰ ਦੇਣ ਸਰਕਾਰੀ ਤੌਰ ਤੇ। ਸੋ ਇਹ ਮਸ਼ੀਨਾਂ 1178 ਕਰੋੜ ਦਾ ਆਇਆ ਕੈਪਟਨ ਅਮਰਿੰਦਰ ਸਿੰਘ ਵੇਲੇ। ਮਹਿਕਮਾ ਵੀ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ ਖੇਤੀਬਾੜੀ ਦਾ, ਉਹਨਾਂ ਕੋਲ ਤਾਂ ਸਮਾਂ ਨਹੀਂ ਸੀ। ਉਹਨਾਂ ਨੂੰ ਨਿੱਜੀ ਕੰਮ ਹੀ ਬਹੁਤ ਜ਼ਿਆਦਾ ਸੀਗੇ ਤੇ ਸਰਕਾਰ ਦੇ ਅਫਸਰ ਉਹਨਾਂ ਦੀ ਸਰਕਾਰ ਚਲਾਉਂਦੇ ਸਨ। ਉਹਨਾਂ ਸਰਕਾਰਾਂ ਦੇ ਸਿਰ ਤੇ, ਜਿਵੇਂ ਇੱਕ ਗੀਤ ਦੇ ਵਿੱਚ ਬਾਊ ਸਿੰਘ ਮਾਨਮਰਾਣਾ ਵਾਲੇ ਲਿਖਦੇ ਨੇ, ਤੂੰ ਸਿਫਤ ਕਰ ਉਸ ਤਲੇ ਦੀ ਜਿਹੜਾ ਥੰਮੀਆਂ ਦੇ ਬਾਜ ਖਲੋਤਾ। ਇਹਨਾਂ ਨੇ ਸਾਰਾ ਕੁਝ ਉਹਨਾਂ ਦੇ ਹਵਾਲੇ ਕੀਤਾ ਹੋਇਆ ਸੀ। ਆਪਸੀ ਸਮਾਂ ਫਾਰਮ 'ਚ ਸੀ। ਸਰਕਾਰ ਬਦਲੀ, 111 ਦਿਨਾਂ ਵਾਸਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਤੇ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੂੰ ਖੇਤੀਬਾੜੀ ਦਾ ਮਹਿਕਮਾ ਦੇ ਦਿੱਤਾ। ਉਹਦੇ ਕੋਲੇ ਜਦੋਂ ਫਾਈਲ ਆਈ, ਉਹਨੇ ਅਫਸਰਾਂ ਤੋਂ ਜਵਾਬ ਮੰਗਿਆ। ਉਹ ਕਹਿੰਦਾ ਮੈਨੂੰ ਕਿਸੇ ਅਫਸਰ ਨੇ ਇਹਦੀ ਫਾਈਲ ਨਹੀਂ ਦਿਖਾਈ, ਇਹਦੇ ਬਾਰੇ ਦੱਸਿਆ ਨਹੀਂ, ਇਹਦੀ ਡਿਟੇਲ। ਮੈਂ ਮੁੱਖ ਮੰਤਰੀ ਨੂੰ ਕਿਹਾ, ਕਹਿੰਦਾ ਮੁੱਖ ਮੰਤਰੀ ਵੀ ਪਾਸਾ ਵੱਟ ਗਿਆ। ਜਿਨ੍ਹਾਂ ਨੇ ਦੁੱਕੀ ਪੰਜੀ ਸ਼ੱਕੀ ਹੋਣੀ ਹੈ, ਉਹਨਾਂ ਨੇ ਹਿੱਸਾ ਗਾਹਾਂ ਨੂੰ ਤੁਰਤਾ ਹੋਣਾ ਵੀ ਕਿਤੇ। ਉਹਨਾਂ ਨੇ ਫਿਰ ਜਾਣ ਤੋਂ ਵਜੋਂ ਸਰਕਾਰ ਇਹ 11 ਮਾਰਚ ਨੂੰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਬਣ ਗਈ ਨਵੀਂ। ਤੇ ਜਿਹੜੇ ਇਹ ਸਾਡੇ ਖੇਤੀਬਾੜੀ ਮੰਤਰੀ ਸੀ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖਤੀ ਕਿ ਜਿਹੜੇ ਤੁਸੀਂ ਪੈਸੇ ਭੇਜੇ ਸੀ ਉਹ ਉੜ ਗਏ ਨੇ। ਤਾਜ਼ਾ ਸਥਿਤੀ ਪਤਾ ਲੱਗੀ ਹੈ ਕਿ 10 ਜ਼ਿਲ੍ਹਿਆਂ ਦੇ ਵਿੱਚ 2742 ਮਸ਼ੀਨਾਂ ਮੌਜੂਦਾ ਸਰਕਾਰ ਉਹਦੀ ਜਾਂਚ ਅੱਡ ਕਰ ਰਹੀ ਹੈ ਖੇਤੀਬਾੜੀ ਮਹਿਕਮੇ ਰਾਹੀਂ, ਤੇ ਵਿਜੀਲੈਂਸ ਅੱਡ ਕਰ ਰਹੀ ਹੈ ਚੌਕਸੀ ਵਿਭਾਗ। 10 ਜ਼ਿਲ੍ਹਿਆਂ ਦੇ ਵਿੱਚੋਂ 2742 ਮਸ਼ੀਨਾਂ ਲੱਭਦੀਆਂ ਹੀ ਨਹੀਂ। ਕਿਸੇ ਨੇ ਗਿਫਟ ਕਰਤੀਆਂ, ਕਿਸੇ ਨੇ ਕਵਾੜ 'ਚ ਦੇਤੀਆਂ। ਜੋ ਖੱਟਿਆ ਸੋ ਵੱਟਿਆ, ਜੋ ਵੱਟਿਆ ਸੋ ਖੱਟਿਆ। ਇਹਦੇ ਵਿੱਚ ਸਭ ਤੋਂ ਵੱਧ 1373 ਮਸ਼ੀਨਾਂ ਬਠਿੰਡੇ 'ਚ, 980 ਫਰੀਦਕੋਟ 'ਚ ਨੇ ਗਾਇਬ। ਗੁਰਦਾਸਪੁਰ 'ਚ 416, ਬਰਨਾਲੇ 400, ਅੰਮ੍ਰਿਤਸਰ 318, ਜਲੰਧਰ 170, ਪਟਿਆਲਾ 150।
ਰੋਪੜ 60, ਸੰਗਰੂਰ 230, ਹੁਸ਼ਿਆਰਪੁਰ 30 ਤੇ ਇਹਨਾਂ ਦੇ ਡਾਇਰੈਕਟਰ ਨੇ ਡਾਕਟਰ ਗੁਰਵਿੰਦਰ ਸਿੰਘ। ਲੁਧਿਆਣਾ ਇੱਕ ਇਹੋ ਜਿਹਾ ਜ਼ਿਲ੍ਹਾ ਜਿੱਥੇ ਕੋਈ ਮਸ਼ੀਨ ਗਾਇਬ ਨਹੀਂ ਲੱਭੀ, ਜ਼ੀਰੋ ਆ ਉੱਥੇ। ਤੇ 30 ਭਾਵ ਅੱਜ ਤੱਕ ਰਿਪੋਰਟ ਡਾਇਰੈਕਟਰ ਸਾਹਿਬ ਕੋਲ ਸੌਂਪੀ ਜਾਣੀ ਸੀ। ਮੇਰਾ ਖਿਆਲ ਉਹ ਰਿਪੋਰਟ ਆ ਗਈ ਹੋਣੀ ਹੈ, ਜਿਹਦੇ ਕਰਕੇ ਕਿਸੇ ਪੱਤਰਕਾਰ ਨੇ ਇਹ ਰਿਪੋਰਟ ਕੱਲ੍ਹ ਹਾਸਲ ਕਰ ਲਈ ਤੇ ਅੱਜ ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ ਇੱਕ ਖਬਰ ਛਪੀ ਹੈ ਕਿ ਉਹ ਗਾਹਾਂ ਦੀ ਗਾਹਾਂ। ਔਰ ਹੈਰਾਨੀ ਇਸ ਗੱਲ ਦੀ ਹੈ ਕਿ 4-5 ਸਾਲ ਤੋਂ ਇਹ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਸੀ। ਇਹਨਾਂ ਨੂੰ ਕੰਡੀਸ਼ਨ ਸੀ ਕਿ ਘੱਟੋ ਘੱਟ 5 ਸਾਲ ਉਹ ਕਿਸਾਨ ਆਪਣੇ ਕੋਲ ਰੱਖੇਗਾ। ਪਿਛਲੇ 4 ਸਾਲਾਂ ਤੋਂ ਇਹਨਾਂ ਦਾ ਤਸਦੀਕ ਹੀ ਨਹੀਂ ਹੋਇਆ, ਇਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ, ਜਿਹਦੇ ਕਰਕੇ ਇਹ ਖੇਤੀਬਾੜੀ ਵਿਭਾਗ ਦੇ ਜਿਹੜੇ ਅਧਿਕਾਰੀ ਨਾਲ ਰਲੇ ਹੋਏ ਸੀ। ਕੀ ਤੁਸੀਂ ਲੱਭੋਗੇ ਨਵੀਂ ਸਰਕਾਰ ਕਹਿੰਦੀ ਅਸੀਂ ਬਹੁਤ ਨਿਵੇਕਲਾ ਕੰਮ ਕਰਨ ਵਾਲੇ ਹਾਂ। ਖੇਤੀ ਵਿਭਾਗ ਦੇ ਵਿੱਚ ਜਿਹਨੂੰ ਚਾਰਜ ਸ਼ੀਟ ਦਿੱਤੀ ਗਈ 15 ਜੁਲਾਈ 2022 ਨੂੰ, 20 ਜੁਲਾਈ ਨੂੰ ਇੱਕ ਨਵੀਂ ਟੀਮ ਬਣੀ, ਕਹਿੰਦੇ ਜਿਹੜੇ ਬੇਨਿਯਮੀਆਂ ਚੈੱਕ ਕਰਨਗੇ, ਉੱਡਣ ਦਸਤੇ ਬਣਾਤੇ। ਉਸ ਅਧਿਕਾਰੀ ਨੂੰ ਉਹਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਤੇ ਤੁਸੀਂ ਲੱਭੋਗੇ ਕੀ? ਜਦੋਂ ਰੌਲਾ ਪੈ ਗਿਆ ਫਿਰ ਉਹਨੂੰ ਉੱਥੋਂ ਬਦਲਣ ਦਾ ਕੰਮ ਆਇਆ। ਸੋ ਅਸੀਂ ਇਹ ਗੱਲ ਆਖਾਂਗੇ ਕਿ ਜਿਸ ਮਕਸਦ ਲਈ ਪੈਸਾ ਸਰਕਾਰ ਦਾ ਆਉਂਦਾ, ਜਦੋਂ ਉੱਥੇ ਨਹੀਂ ਲੱਗਦਾ, ਇਹਦੇ ਵਿੱਚ ਵੱਡੇ ਵੱਡੇ ਘਪਲੇ ਆਉਂਦੇ ਨੇ ਤੇ ਫਿਰ ਇਹੀ ਕਹਿਣ ਨੂੰ ਜੀ ਕਰਦਾ, ਪੰਜਾਬ ਸਿਆਂ ਕੀ ਕਰਾਂ ਸਿਫਤ ਤੇਰੀ। ਜੀ ਰਾਜਸਥਾਨ ਦੇ ਵਿੱਚ ਗ੍ਰਾਮੀਣ ਓਲੰਪਿਕ ਸ਼ੁਰੂ 8 ਤੋਂ 80 ਸਾਲ ਤੱਕ ਦੇ 30 ਲੱਖ ਲੋਕ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ। ਕੱਲ ਵਿਸ਼ਵ ਸਾਡਾ ਕੌਮਾਂਤਰੀ ਖੇਲ ਦਿਵਸ ਸੀ। ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਖੇਡਾਂ ਵਤਨ ਪੰਜਾਬ ਦੀਆਂ, ਤੇ ਰਾਜਸਥਾਨ ਨੇ ਵੀ ਇਸੇ ਦਿਨ ਦੇ ਉੱਤੇ ਇੱਕ ਨਵਾਂ ਪਿਰਤ ਪਾਈ ਹੈ। ਉਹ ਸਾਡੇ ਨਾਲੋਂ ਮੋਹਰੀ ਹੋ ਨਿਕਲੇ। ਉਹਨਾਂ ਨੇ ਪੇਂਡੂ ਓਲੰਪਿਕ ਦਾ ਨਾਂ ਦਿੱਤਾ, ਜਿਹਦੇ ਵਿੱਚ 8 ਤੋਂ ਲੈ ਕੇ 80 ਸਾਲ ਦੇ ਵਿਅਕਤੀ ਭਾਗ ਲੈ ਸਕਦੇ ਨੇ। ਜੋਧਪੁਰ ਦਾ ਪਿੰਡ ਹੈ ਲੂਨੀ, ਜਿੱਥੇ ਇਹ ਕੀਤੀਆਂ ਨੇ, ਅਤੇ ਇਹਦੇ ਨਾਲ 44,000 ਤੋਂ ਵੱਧ ਪਿੰਡਾਂ ਦੇ ਲੋਕ 6 ਖੇਡਾਂ ਨੇ, ਕਬੱਡੀ, ਵਾਲੀਬਾਲ, ਸ਼ੂਟਿੰਗ ਬਾਲ, ਖੋ-ਖੋ, ਹਾਕੀ ਭਾਗ ਲੈਣਗੇ। 30 ਲੱਖ ਲੋਕਾਂ ਨੇ ਆਪਦੇ ਆਪ ਨੂੰ ਰਜਿਸਟ੍ਰੇਸ਼ਨ ਕਰਾਈ ਹੈ। ਲਗਭਗ 20 ਲੱਖ, 10,000 ਘੱਟ 20 ਲੱਖ ਪੁਰਸ਼ ਤੇ 9.25 ਲੱਖ ਔਰਤਾਂ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ। ਉਹ ਕਹਿੰਦੇ ਫਿਰ ਇਹਨੂੰ ਜਿੱਤਣ ਵਾਲੀ ਜਿਹੜੀ ਟੀਮ ਹੋਵੇਗੀ, ਉਸ ਪਿੰਡ ਦੇ ਵਿੱਚ ਰਾਜਸਥਾਨ ਸਰਕਾਰ ਵੱਲੋਂ ਉੱਥੇ ਇੱਕ ਮਿੰਨੀ ਸਟੇਡੀਅਮ ਬਣਾ ਕੇ ਦਿੱਤਾ ਜਾਵੇਗਾ, ਫ੍ਰੀ ਆਫ ਕਾਸਟ, ਬਿਨਾਂ ਕਿਸੇ ਪੈਸੇ ਦੇ। ਤੇ ਇਹਨਾਂ ਦਾ ਉਦਘਾਟਨ ਕੱਲ੍ਹ ਉੱਥੋਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਾਹਿਬ ਨੇ ਕੀਤਾ। ਮਸ਼ੀਨਾਂ ਵਾਲੇ ਮਾਮਲੇ 'ਚ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਕਿ ਜਿਹੜੀਆਂ ਹੁਣ ਨਵੀਆਂ ਰਜਿਸਟ੍ਰੇਸ਼ਨਾਂ ਹੋ ਰਹੀਆਂ ਨੇ, ਮਸ਼ੀਨਾਂ ਦੇਣੀਆਂ ਨੇ, 65,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ। ਉਹਨਾਂ ਨੂੰ 1,10,000 ਮਸ਼ੀਨਾਂ ਫਿਰ ਪ੍ਰਦਾਨ ਹੋਣਗੀਆਂ। ਜੀ ਚੀਫ ਜਸਟਿਸ ਵੱਲੋਂ ਪਹਿਲੇ ਦਿਨ 62 ਕੇਸਾਂ ਦੀ ਸੁਣਵਾਈ ਕੀਤੀ ਗਈ। ਕੇਸ ਸੂਚੀਬੱਧ ਕਰਨ ਲਈ ਨਵਾਂ ਪ੍ਰਬੰਧ ਵੀ ਛੇਤੀ ਕੀਤਾ ਜਾਵੇਗਾ। ਜਸਟਿਸ ਲਲਿਤ ਦਾ ਕਹਿਣਾ ਹੈ ਜਿਹੜੇ ਸਾਡੇ ਇਹ ਮੁੱਖ ਜੱਜ ਸਾਹਿਬ ਨੇ, ਨਵੇਂ ਬਣੇ ਨੇ ਜੂਜੂ ਲਲਿਤ, ਇਹਨਾਂ ਨੂੰ 62 ਕੇਸ ਇਹਨਾਂ ਕੋਲ ਸੁਣਵਾਈ ਵਾਸਤੇ ਆਏ ਸਨ ਤੇ 62 ਇਹਨਾਂ ਨੇ ਕੀਤੇ ਨੇ। ਸਮਾਂ ਇਹਨਾਂ ਕੋਲ ਵੀ ਥੋੜਾ ਹੈ। ਕੁਝ ਬਕਾਇਆ ਕੇਸ ਸਾਡੇ ਜਸਟਿਸ ਐਨ.ਵੀ. ਰਮੰਨਾ ਸਾਹਿਬ ਕੋਲੋਂ ਵੀ ਰਹਿ ਗਏ ਨੇ। ਇਹਦੇ ਵਿੱਚ ਇਹਨਾਂ ਨੇ ਇੱਕ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ। ਉਹਦੇ ਵਿੱਚ ਹਿਜਾਬ ਵਾਲੇ ਮਾਮਲੇ ਤੇ ਵੀ ਕਰਨਾਟਕ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਗਿਆ, ਜਿਹੜਾ ਉਹ ਔਰਤਾਂ ਮੂੰਹ ਤੇ ਕੱਪੜਾ ਜਾਂ ਢੱਕਦੀਆਂ ਨੇ। ਪੱਤਰਕਾਰ ਸਦੀਕ ਸਪਨ ਹਾਥਰਸ ਵਾਲੇ ਮਾਮਲੇ ਦਾ ਵੀ ਆਇਆ। ਇੱਕ ਜਿਹੜਾ ਝਾਰਖੰਡ ਦੇ ਵਿੱਚ ਪੱਤਰਕਾਰ ਨੂੰ ਬੈਡਰੂਮ 'ਚੋਂ ਘੜੀਸ ਕੇ ਲਿਆਂਦਾ ਗਿਆ, ਉਹਦੇ ਤੇ ਵੀ ਮਾਨਯੋਗ ਅਦਾਲਤ ਨੇ ਟਿੱਪਣੀ ਕੀਤੀ ਹੈ ਵੀ ਪੱਤਰਕਾਰ ਹੈ, ਕੋਈ ਅੱਤਵਾਦੀ ਨਹੀਂ। ਸਾਨੂੰ ਸਾਰਿਆਂ ਨੂੰ ਪਤਾ ਕਿ ਹਾਥਰਸ ਦੇ ਵਿੱਚ ਇੱਕ ਅਨੁਸੂਚਿਤ ਜਾਤੀ
ਦੀ ਔਰਤ ਨਾਲ ਜੋ ਕੁਝ ਵਾਪਰਿਆ, ਜਬਰ ਜਨਾਹ ਹੋਇਆ, ਤੇ ਰਾਤ ਨੂੰ 3 ਵਜੇ ਦੇ ਕਰੀਬ ਉਹਦਾ ਸੰਸਕਾਰ ਕਰ ਦਿੱਤਾ ਗਿਆ ਸੀ। ਉਹਦੇ ਵਿੱਚ ਇਹ ਪੱਤਰਕਾਰ ਦਾ ਨਾਂ ਹੈਗਾ ਸਦੀਕ ਸਪਨ। ਇਹਦੇ ਤੇ ਵੀ ਅਦਾਲਤ ਨੇ ਟਿੱਪਣੀ ਕੀਤੀ, ਇੱਕ ਹੋਰ ਕੀਤੀ ਹੈ ਇਹਨਾਂ ਨੂੰ ਹਿਜਾਬ ਵਾਲੇ ਮਾਮਲੇ ਤੇ। ਸ਼ਾਇਦ ਉਹ ਕਹਿੰਦੇ ਭਾਈ ਇਹ ਅਦਾਲਤ ਹੈ, ਕੋਈ ਸ਼ਾਪਿੰਗ ਮੰਚ ਨਹੀਂ। ਸ਼ਾਪਿੰਗ ਮੰਚ ਦਾ ਮਤਲਬ ਹੋ ਗਿਆ ਵੀ ਆਪਾਂ ਜਿਵੇਂ ਸ਼ਾਪਿੰਗ ਕਰਨ ਵਾਸਤੇ ਜਾਂਦੇ ਹਾਂ, ਖਰੀਦੋ ਫਰੋਖਤ ਕਰਨ ਵਾਸਤੇ ਜਾਂਦੇ ਹਾਂ। ਇਹ ਜੂਜੂ ਲਲਿਤ ਸਾਹਿਬ ਦੀ ਬਹੁਤ ਸਖਤ ਟਿੱਪਣੀ ਹੈ, ਤੇ ਜਿਹੜੀ ਅੱਜ ਉਹਨਾਂ ਨੇ ਕਹੀ ਹੈ ਯੂਪੀ ਸਰਕਾਰ ਨੂੰ ਤੇ ਗ੍ਰਹਿ ਵਿਭਾਗ ਨੂੰ ਇਹ ਆਦੇਸ਼ ਦਿੱਤੇ ਨੇ ਕਿ 5 ਸਤੰਬਰ ਤੱਕ ਹਿਜਾਬ ਵਾਲੇ ਮਾਮਲੇ ਦੇ ਵਿੱਚ ਅੰਤਮ ਰਿਪੋਰਟ ਸੁਪਰੀਮ ਕੋਰਟ ਵਿੱਚ ਲੈ ਕੇ ਆਓ। ਜੀ ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।